ਹੈਲੋ ਸਟੂਡੈਂਟਸ, ਵੈਲਕਮ ਟੂ ਸੁਖੇਜਾ ਟਿਊਸ਼ਨਸ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੀ ਹਾਂ ਜੀ ਸੁਖੇਜਾ ਟਿਊਸ਼ਨਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ NTT ਦੀ ਤਿਆਰੀ ਸਟਾਰਟ ਕਰਤੀ ਹੈ, ਠੀਕ ਹੈ ਜੀ। ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨਾਲ ਪੋਲਿਸੀਜ਼ ਰਿਲੇਟਿਡ ਜੋ ਵੀ ਹੈਗੀਆਂ, ਕਿਵੇਂ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਡਿਵੈਲਪਮੈਂਟ ਹੋਈ, ਠੀਕ ਹੈ, ਕਿਉਂਕਿ ਇਹ ਸ਼ੁਰੂ ਤੋਂ ਤਾਂ ਹੈ ਨਹੀਂ ਸੀ ਕਿੰਡਰਗਾਰਟਨ ਨਰਸਰੀ ਸਕੂਲਸ, ਠੀਕ ਹੈ। ਕਿਵੇਂ ਸਿਖਲਾਈ ਕੋਰਸ ਸਟਾਰਟ ਹੋਏ ਉਹ ਸਾਰਾ ਆਪਾਂ ਨੇ ਕੀਤਾ ਹੈ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਨੇ ਇਸ ਦੇ ਵਿੱਚ ਕੀ ਕੀਤਾ ਸੀ? ਸਭ ਤੋਂ ਪਹਿਲਾਂ ਆਪਾਂ ਨੇ ਕੀਤਾ ਸੀ ਡਿਵੈਲਪਮੈਂਟ ਫੋਰਨ ਦੇ ਵਿੱਚ, ਵੈਸਟ ਦੇ ਵਿੱਚ ਕਿਵੇਂ ਡਿਵੈਲਪਮੈਂਟ ਹੋਈ ਸੀ, ਠੀਕ ਹੈ। ਨਰਸਰੀ ਸਕੂਲਸ ਦੀ ਫੋਰਨ ਦੇ ਵਿੱਚ ਕਿਵੇਂ ਡਿਵੈਲਪਮੈਂਟ ਹੋਈ ਕਿੰਡਰਗਾਰਟਨਸ ਦੀ, ਠੀਕ ਹੈ, ਜਿਹਦੇ ਵਿੱਚ ਕਿ ਆਪਾਂ ਨੇ ਕੋਮਨੀਅਸ, ਓਵੇਨ, ਫਰੋਵਿਲ, ਮੈਕਮਿਲਨ, ਫਿਰ ਉਸ ਤੋਂ ਬਾਅਦ ਮੌਂਟੇਸਟਰੀ, ਇਹ ਸਾਰਾ ਕੁਝ ਪੜ੍ਹਿਆ ਸੀਗਾ, ਠੀਕ ਹੈ। ਹੁਣ ਜੋ ਆਪਾਂ ਕਰਨ ਜਾ ਰਹੇ ਹਾਂ ਜੀ, ਉਹ ਆਪਾਂ ਕੱਲ ਸਟਾਰਟ ਕੀਤਾ ਸੀ ਡਿਵੈਲਪਮੈਂਟ ਇਨ ਇੰਡੀਆ, ਠੀਕ ਹੈ। ਇੰਡੀਆ ਦੇ ਵਿੱਚ ਕਿਵੇਂ ਡਿਵੈਲਪਮੈਂਟ ਹੋਈ, ਇੰਡੀਆ ਦੇ ਵਿੱਚ ਕਿਵੇਂ ਡਿਵੈਲਪਮੈਂਟ ਹੋਈ। ਸਭ ਤੋਂ ਪਹਿਲਾਂ ਆਪਾਂ ਨੇ ਕੀ ਪੜ੍ਹਿਆ ਸੀ ਕੱਲ ਇੰਡੀਆ ਦੇ ਵਿੱਚ ਕਿ ਮੌਂਟੇਸਟਰੀ, ਮਾਰੀਆ ਮੌਂਟੇਸਟਰੀ ਜੀ ਆਈ ਸੀ ਇੰਡੀਆ ਦੇ ਵਿੱਚ, ਠੀਕ ਹੈ। ਉਹਨਾਂ ਨੇ ਜੋ ਕੰਟਰੀਬਿਊਸ਼ਨ ਦਿੱਤੀ ਉਹ ਆਪਾਂ ਨੇ ਸਾਰਾ ਕੱਲ ਰੀਡ ਕਰ ਲਿਆ ਸੀਗਾ, ਠੀਕ ਹੈ। ਉਸ ਤੋਂ ਬਾਅਦ ਜੀ CAB ਦੀਆਂ ਸਿਫਾਰਸ਼ਾਂ, ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ, ਠੀਕ ਹੈ। ਅੱਜ ਆਪਾਂ ਇਹਦੇ ਬਾਰੇ ਪੜਾਂਗੇ, ਇਹਨਾਂ ਨੇ ਕਿਵੇਂ ਰਿਕਮੈਂਡੇਸ਼ਨ ਕੀਤੀ ਸੀ, ਕੈਬ ਦੀਆਂ ਕੀ ਰਿਕਮੈਂਡੇਸ਼ਨ ਸੀਗੀਆਂ। ਮੈਂ ਤੁਹਾਨੂੰ ਇੱਕ ਜਰਨਲ ਦੱਸ ਦਿੰਦੀ ਹਾਂ। ਇਹਨਾਂ ਨੇ ਵੀ ਆਹੀ ਰਿਕਮੈਂਡ ਕੀਤਾ ਸੀ ਕਿ ਜਿਹੜਾ ਕਿ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਹੈ, ਠੀਕ ਹੈ, ਉਹਨਾਂ ਨੂੰ ਨਰਸਰੀ ਸਕੂਲ ਦੀ ਤਰ੍ਹਾਂ ਪਹਿਲਾਂ ਡਿਵੈਲਪ ਕੀਤਾ ਜਾਵੇ ਤਾਂ ਕਿ ਛੋਟੇ ਬੱਚੇ ਨਰਸਰੀ ਸਕੂਲਸ ਦੇ ਵਿੱਚ ਪੜ੍ਹ ਸਕਣ, ਠੀਕ ਹੈ। ਜਿਹੜੇ ਕਿ 0 to 2 ਇਅਰਸ ਵਾਲੇ ਸਟੂਡੈਂਟਸ ਹੁੰਦੇ ਉਹ ਕਿੰਡਰਗਾਰਟਨ ਦੇ ਵਿੱਚ ਜਾ ਸਕਣ। ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਇਹਨਾਂ ਨੇ ਚੇਂਜ ਕਰਨ ਲਈ ਉਹ ਕੀਤਾ ਸੀ। ਅੱਜ ਮੈਂ ਇਹਨਾਂ ਦਾ ਸਾਰਾ ਤੁਹਾਨੂੰ ਕੰਮ ਦੱਸੂਗੀ, ਇਹਨਾਂ ਦੇ ਬੋਰਡ ਦੇ ਵਿੱਚ ਕੌਣ ਹੁੰਦਾ ਹੈ, ਠੀਕ ਹੈ। ਇਹ ਜਿਹੜਾ ਹੈਗੇ ਕੈਬ ਦੀਆਂ ਸਿਫਾਰਸ਼ਾਂ, ਇਹਦੇ ਆਪਣੇ 2 ਲੈਕਚਰ ਚੱਲਣਗੇ। ਇੱਕ ਲੈਕਚਰ ਅੱਜ ਇਹਦੀ ਸਾਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਦਊਂਗੀ, ਠੀਕ ਹੈ, ਕਿ ਇਹਦਾ ਕੀ ਕੰਮ ਹੁੰਦਾ ਹੈ, ਇਹਨਾਂ ਦੇ ਵਿੱਚ ਜੋ ਇਹਨਾਂ ਦਾ ਡਿਪਾਰਟਮੈਂਟ ਹੁੰਦਾ, ਕੌਣ ਹੁੰਦਾ ਹੈ, ਠੀਕ ਹੈ, ਉਹ ਸਾਰਾ ਇਹਦੇ ਵਿੱਚ ਦੱਸਿਆ ਜਾਏਗਾ। ਸਭ ਤੋਂ ਪਹਿਲਾਂ ਤਾਂ ਤੁਹਾਡੇ ਲਈ ਆਹੀ ਇੰਪੋਰਟੈਂਟ ਹੈ, CABE ਦੀ ਫੁੱਲ ਫੋਰਮ ਕੀ ਹੈ ਜੀ? ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ, ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ। ਸਟੂਡੈਂਟ ਸਾਰੇ ਲੈਕਚਰਸ ਨੂੰ ਬੜੇ ਹੀ ਧਿਆਨ ਨਾਲ, ਬੜੇ ਹੀ ਆਰਾਮ ਨਾਲ ਤੁਸੀਂ ਲਗਾਉਂਦੇ ਜਾਣਾ ਜੀ। ਬਹੁਤ ਬੈਨੀਫਿਟ ਹੋਣ ਵਾਲਾ ਹੈ ਤੁਹਾਡਾ। ਜਿਨ੍ਹਾਂ ਨੇ NTT ਕੀਤੀ ਹੋਈ ਹੈ ਜਾਂ ਜਿਹੜੇ ਸਟੂਡੈਂਟਸ ਕਰ ਰਹੇ ਹੈ, ਉਹ ਹੁਣੀ ਤੋਂ ਆਪਣੀ ਤਿਆਰੀ ਸਟਾਰਟ ਕਰ ਲਓ। ਹਾਲੇ NTT ਦੀਆਂ ਪੋਸਟਾਂ ਐਡਵਰਟੀਜ਼ਮੈਂਟ ਨਹੀਂ ਆਈ, ਪਰ ਆ ਜਾਏਗੀ ਜਲਦੀ ਹੀ, ਜੋ ਸਾਨੂੰ ਲੱਗ ਰਿਹਾ ਹੈ, ਠੀਕ ਹੈ। ਦੇਖੋ ਜੀ, ਸਭ ਤੋਂ ਪਹਿਲਾਂ CABE ਦੀ ਸਥਾਪਨਾ, ਠੀਕ ਹੈ, 1920 ਵਿੱਚ ਕੀਤੀ ਗਈ ਸੀ। ਇਹਦੀ ਸਥਾਪਨਾ ਕਦੋਂ ਹੋਈ ਸੀ? 1920 ਵਿੱਚ। ਅਤੇ ਇਹ ਭਾਰਤ ਵਿੱਚ, ਇਹ ਇੰਡੀਆ ਦੇ ਵਿੱਚ ਸਿੱਖਿਆ ਬਾਰੇ, ਠੀਕ ਹੈ, ਸਿੱਖਿਆ ਬਾਰੇ ਸਭ ਤੋਂ ਪੁਰਾਣੀ ਸਲਾਹਕਾਰ ਸੰਸਥਾ ਹੈ। ਸਿੱਖਿਆ ਬਾਰੇ ਕੀ ਹੈ ਜੀ? ਸਭ ਤੋਂ ਪੁਰਾਣੀ ਸਲਾਹਕਾਰ ਸੰਸਥਾ ਹੈ। ਇਸ ਦੇ ਆਦੇਸ਼ ਵਿੱਚ, ਇਹਦੇ ਆਦੇਸ਼ ਵਿੱਚ ਕੀ ਹੈ ਜੀ? ਪਾਠਕ੍ਰਮ ਵਿਕਾਸ, ਅਧਿਆਪਕ ਸਿੱਖਿਆ ਅਤੇ ਦੇਸ਼ ਵਿੱਚ ਸਿੱਖਿਆ ਦੇ ਸੁਧਾਰ ਨਾਲ ਸੰਬੰਧਿਤ ਹੋਰ ਮਾਮਲਿਆਂ ਬਾਰੇ ਸਲਾਹ ਪ੍ਰਦਾਨ ਕਰਨਾ ਸ਼ਾਮਲ ਹੈ। ਸਭ ਤੋਂ ਪਹਿਲਾਂ ਕੀ ਹੈ ਜੀ? ਕੈਬ ਦੀ ਸਥਾਪਨਾ ਕਦੋਂ ਹੋਈ? 1920 ਵਿੱਚ। CAB ਦੀ ਸਥਾਪਨਾ 1920 ਵਿੱਚ ਕੀਤੀ ਗਈ ਸੀ। ਇਹ ਭਾਰਤ ਵਿੱਚ, ਇਹ ਇੰਡੀਆ ਵਿੱਚ ਸਿੱਖਿਆ ਬਾਰੇ ਕੀ ਹੈ? ਸਭ ਤੋਂ ਪੁਰਾਣੀ ਸਲਾਹਕਾਰ ਸੰਸਥਾ ਹੈ, ਠੀਕ ਹੈ। ਸਭ ਤੋਂ ਪੁਰਾਣੀ ਸਲਾਹਕਾਰ ਕੀ ਹੈ? ਸੰਸਥਾ ਹੈ। ਇਸ ਦੇ ਆਦੇਸ਼ ਦੇ ਵਿੱਚ, ਇਹਦੇ ਆਦੇਸ਼ ਕੀ ਹੁੰਦੇ ਆ? ਪਾਠਕ੍ਰਮ ਦਾ ਵਿਕਾਸ ਕਿਵੇਂ ਕੀਤਾ ਜਾਊਗਾ, ਅਧਿਆਪਕ ਦੀ ਸਿੱਖਿਆ ਅਤੇ ਦੇਸ਼ ਵਿੱਚ ਸਿੱਖਿਆ ਦੇ ਸੁਧਾਰ ਨਾਲ, ਦੇਸ਼ ਦੇ ਵਿੱਚ ਸਿੱਖਿਆ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਉਹਦੇ ਸੰਬੰਧਿਤ ਨਾਲ ਹੋਰ ਮਾਮਲਿਆਂ ਬਾਰੇ ਸਲਾਹ ਪ੍ਰਦਾਨ ਕਰਨਾ ਹੁੰਦਾ ਹੈ, ਠੀਕ ਹੈ। ਇਹਨਾਂ ਦੇ ਕੰਮ ਦਿੱਤਾ ਹੋਇਆ ਹੈ। ਕੀ ਕੰਮ ਦਿੱਤਾ ਹੋਇਆ ਹੈ? ਫਸਟ ਪਾਠਕ੍ਰਮ ਵਿਕਾਸ, ਠੀਕ ਹੈ, ਫਿਰ ਅਧਿਆਪਕ ਸਿੱਖਿਆ, ਠੀਕ ਹੈ, ਫਿਰ ਦੇਸ਼ ਵਿੱਚ ਸਿੱਖਿਆ ਸੁਧਾਰ ਨਾਲ ਸੰਬੰਧਿਤ ਹੋਰ ਮਾਮਲੇ, ਫਿਰ ਬਾਰੇ ਸਲਾਹ, ਠੀਕ ਹੈ ਜੀ। ਇਹ 3 ਇਹਨਾਂ ਦੇ ਮੇਨ ਕੰਮ ਹੈ ਜੋ ਵੀ ਇਹ ਕਰਦੇ ਨੇ, ਠੀਕ ਹੈ। ਅੱਗੇ ਆ ਜਾਓ ਜੀ। CAB ਦੀ ਰਚਨਾ ਕੀ ਹੈ, ਮਤਲਬ ਇਹਦੇ ਕਿੰਨੇ ਮੈਂਬਰਸ ਹੁੰਦੇ ਨੇ? ਬੜੇ ਹੀ ਧਿਆਨ ਨਾਲ ਦੇਖਣਾ ਜੀ। ਰਚਨਾ, ਬੋਰਡ ਦਾ ਚੇਅਰਮੈਨ ਕੇਂਦਰੀ ਮਨੁੱਖ ਸਰੋਤ ਵਿਕਾਸ ਮੰਤਰੀ ਹੈ। The chairman of the board is the Union Minister of HRD, Human Resource Development, Union Minister of HRD, Human Resource Development, ठीक है। ਇਹਨਾਂ ਦਾ ਚੇਅਰਮੈਨ ਕੌਣ ਹੁੰਦਾ ਜੀ? ਜੋ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਹੈ, ਠੀਕ ਹੈ। ਉਸ ਤੋਂ ਬਾਅਦ ਕੌਣ ਹੁੰਦਾ ਜੀ? ਵਾਈਸ ਚੇਅਰਮੈਨ, ਠੀਕ ਹੈ, ਉਪ ਚੇਅਰਮੈਨ।
मनुखी स्रोत विकास राज मंत्री है। वाइस चेयरमैन कौन है जी? इज द मिनिस्टर ऑफ स्टेट फॉर ह्यूमन रिसोर्स डिवेलपमेंट। चेयरमैन कौन है? यूनियन मिनिस्टर ऑफ ह्यूमन रिसोर्स डिवेलपमेंट। ते वाइस चेयरमैन कौन है? स्टेट फॉर ह्यूमन रिसोर्स डिवेलपमेंट। ये ध्यान रखना जी, ठीक है। संस्था की विस्तृत बनतर हेठ दी गई है। चेयरमैन, सब तो पहला चेयरमैन, उप चेयरमैन, राज चेयरमैन कौन है जी? केंद्रीय मनुख स्रोत विकास मंत्री, ठीक है। ध्यान रखना जी, यूनियन मिनिस्टर ऑफ ह्यूमन रिसोर्स डिवेलपमेंट, केंद्रीय मनुखी स्रोत विकास मंत्री। उप चेयरमैन कौन है जी? वाइस चेयरमैन, मिनिस्टर ऑफ स्टेट फॉर ह्यूमन रिसोर्स डिवेलपमेंट, मनुखी स्रोत विकास राज मंत्री, केंद्र सरकारां दे नुमाइंदे, ठीक है। उस तो बाद राज सरकारां अते केंद्र शासित प्रदेशां दे नुमाइंदे, एक सत्ताधारी मंत्री जो सिक्ख्या का इंचार्ज है। समझ आ गया जी। कैब की रचना सोथों यह पूछा जा सकता है कि HRD मिनिस्टर का नाम दसो, ठीक है। HRD ये तुसी कल नूं मैनू दसोगे, ठीक है। कल वाले लैक्चर के तुसी मैनू दसोगे कमेंट करके यूनियन मिनिस्टर ऑफ ह्यूमन रिसोर्स डिवेलपमेंट कौन है, ठीक है जी। इंडिया के यूनियन मिनिस्टर ऑफ ह्यूमन रिसोर्स डिवेलपमेंट कौन है, तुसी कल मैनू दसोगे। क्लीयर है। CAB बारे पता चल गया। CAB की फुल फॉर्म सब तो पहला पता होनी चाहिए है। यदी स्थापना कदों हुई, उस तो बाद जी यदी रचना की है। रचना मतलब ये कौन कौन ਇਹਦਾ बोर्ड की है, ठीक है। ये बोर्ड के विच कौन कौन है जी? बोर्ड का चेयरमैन केंद्रीय मनुख स्रोत विकास मंत्री है। तो उप चेयरमैन कौन है जी? मनुखी स्रोत विकास राज मंत्री। क्लीयर है स्टूडेंट्स, समझ आ गया। कैब रोल अते फंक्शन की है। कैब का रोल अते फंक्शन की है, ठीक है। ਇਹ ਜਿਹੜੇ मैं क्वेश्चनस बच्चे ਤੁਹਾਨੂੰ करवानी आ, रोज़ थ्योरी ਤੁਹਾਨੂੰ करवा रही हाँ। काफ़ी बच्चे कहते हैं जी थ्योरी ना करवाओ, सीधा MCQs करवाओ। बच्चों हले अपने कोल टाइम हैगा, थ्योरी पढ़ लो। ਆਪਾਂ ਨੂੰ नहीं पता किस तरीके के क्वेश्चन आ जान, उत्थे किसी भी क्वेश्चन ते नहीं रुकोगे अगर थ्योरी क्लीयर होएगी। कैब रोल अते फंक्शन की है। कैब भारतीय सिक्ख्या दी तरक्की अते विकास का मूल्यांकन करता है। यह भारत दी पेंडू सिक्ख्या प्रणाली अते लड़कियां दी सिक्ख्या लई सुझाव दिंदा है। इस तो इलावा यह देश भर विच उच्च सैकेंडरी सिक्ख्या दे सर्वव्यापीकरण नूं उत्साहित करता है, ठीक है जी। CAB दा रोल की है या फंक्शन की है, अपन ने पहला भी देखा है, जो कि मैं सब तो पहला तुहानूं करवाया सी। इत्थे देखो, एक मिनट राजे, ये देखो कि ये की करते हैं। भारत विच सिक्ख्या बारे सब तो पुरानी सलाहकार संस्था है, ठीक है। हुण आपां की पढ़ रहे हैं कि इन्हां दा रोल ते फंक्शन की है, ठीक है। रोल ते फंक्शन की है, अगे होर भी तुहानूं क्लीयर होएगा। इहदे विच भारतीय सिक्ख्या दी तरक्की, ठीक है, क्योंकि ये सब तो पुरानी सलाहकार संस्था है अते विकास का मूल्यांकन करता है। भारतीय सिक्ख्या की तरक्की बारे सोचता है तो उहदे विकास का मूल्यांकन करता है। यह भारत की, यह इंडिया की पेंडू सिक्ख्या प्रणाली, ठीक है, जो पेंडू सिक्ख्या प्रणाली है अते लड़कियां की सिक्ख्या लई की दिंदा है जी? सुझाव दिंदा है। पेंडू मतलब विलेजिस की जो सिक्ख्या प्रणाली है या लड़कियां नूं पढ़ाया जाए उन्हां दी सिक्ख्या लई सुझाव दिंदा है। इस तो इलावा यह देश भर विच, इस तो इलावा की करदा है? यह देश भर विच उच्च सैकेंडरी, ठीक है, उच्च सैकेंडरी सिक्ख्या दे सर्वव्यापीकरण नूं उत्साहित करता है। समझ आ रही है स्टूडेंट्स? ये तुहानूं पता होना चाहिए है। पेपर दे विच ये भी पूछा जा सकता है, दसो जी इन्हां विचों CAB दा रोल किहड़ा नहीं हैगा या फंक्शन किहड़ा नहीं हैगा, ठीक है। क्लीयर है। सिक्ख्या विच कैब फार्म की है। कैब दा की फॉर्म है, ठीक है। कैब फार्म की है। सिक्ख्या विच CAB फार्म की है। सेंट्रल एडवाइजरी बोर्ड ऑफ एजुकेशन कैब का पूरा रूप है, ठीक है। जिहड़ी कि सेंट्रल एडवाइजरी बोर्ड ऑफ एजुकेशन है, सेंट्रल एडवाइजरी बोर्ड ऑफ एजुकेशन, यदी फुल फॉर्म है दा पूरा रूप की सिक्ख्या विच कैब दा फॉर्म की है, मतलब कैब की
फुल फॉर्म है, इन्होंने वो पूछा सेंट्रल एडवाइजरी बोर्ड ऑफ एजुकेशन। ठीक है, कैब का की है पूरा रूप है, तो उतो कैब की फुल फॉर्म पूछी जा सकती है। सेंट्रल एडवाइजरी बोर्ड ऑफ एजुकेशन, इनू अपने दिमाग दे विच बिठा लो बच्चों। कैब पहली बार 1920 विच स्थापित किया गया सी, जो कि आपां बहुत पहला पढ़िया सी, ਅਤੇ ਵਿੱਤੀ संकट के कारण 1923 ਦੇ ਵਿੱਚ ਭੰਗ ਹੋ ਗਿਆ ਸੀ। ਇਹ 1935 ਵਿੱਚ ਮੁੜ ਸੁਰਜੀਤ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੋਂਦ ਵਿੱਚ ਹੈ। ਇਹ ਸਿੱਖਿਆ ਵਿੱਚ ਭਾਰਤ ਸਰਕਾਰ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਮਹੱਤਵਪੂਰਨ ਸਲਾਹਕਾਰ ਸੰਸਥਾ ਹੈ। ठीक है, ये आप वैसे पढ़ चुके हैं, लेकिन उस पैरे दे विच तुहानूं मैं ये नहीं दस्सिया सी कि यह भंग कदों होया सी ते दुबारा सुरजीत कदों होया सी। ठीक है, देखो कैब पहला जो स्थापित होया 1920 दे विच इहनूं स्थापित कर दिता गया सी। ठीक है, 1920 दे विच यह इस्टैबलिश हो गया सी, लेकिन कुछ फाइनैंशियल क्राइसिस करके वित्तीय संकट के कारण 1923 दे विच यह भंग हो गया सी। ठीक है, 1923 दे विच दुबारा की हो गया जी, भंग हो गया, डिजोल्व कर दिता गया, इनू खत्म कर दिता गया। लेकिन फिर 1935 दे विच, ठीक है, इनू मुड़ सुरजीत किया गया। 1935 दे विच इनू दोबारा होंद दे विच लियाता गया। ठीक है, अते उदों तो होंद विच ही है, 1935 का ही हुणे चलदा रहा है। यह सिक्ख्या दे विच भारत सरकार की सब तो पुरानी अते सब तो महत्वपूर्ण सलाहकार संस्था है। ठीक है, हुण यह की है जी, सिक्ख्या दे विच भारत सरकार की सब तो पुरानी ते सब तो महत्वपूर्ण सलाहकार संस्था हैगी है। क्लीयर है स्टूडेंट्स? नेक्स्ट देखो जी, नेक्स्ट आओ, समझ आ रही है जी तुहानूं सारिआं नूं? CAB केंद्रीय सलाहकार बोर्ड ऑफ एजुकेशन के मुख्य उद्देश्य हेठां दस्से गए हैं। इन्हां दे मुख्य उद्देश्य की हुंदे हन? ठीक है जी, सब तो पहला सिलेबस नूं डिज़ाइन करन लई भारत दीआं सारियां विद्यक संस्थावां नूं सिफारिशां अते विचार प्रदान करना। ठीक है, जिमें कि मैंने तुहानूं शुरू च ही दस्सिया सी कि आपां हुण की पढ़ रहे हैं कि जिहड़ा नर्सरी स्कूल्स हैं या किंडर गार्डन हैं या प्री प्राइमरी एजुकेशन हैं, उन्हां दी इंडिया दे विच किवें डिवेलपमेंट हुई। पहला आपां वैस्ट दे विच पढ़िया सी, हुण आपां पढ़ रहे हैं इंडिया दे विच उन्हां दी किवें डिवेलपमेंट हुई। ठीक है, सब तो पहला इंडिया दे विच आपां ने मोंटेस्ट्री, मारिया मोंटेस्ट्री जी बारे गल कीती। हुण आपां CAB दी रिकमेंडेशन बारे गल कीती। CAB ने भी रिकमेंड किया सी कि जिहड़े प्राइमरी स्कूल्स हैं उन्हां नूं प्री प्राइमरी स्कूल्स कुछ हद तक वो कर दिता जाए ताकि बच्चे किंडर गार्डन ते नर्सरी क्लास दे विच आ सकन। ठीक है जी, तो हुण इन्हां दा सब तो वड्डा उद्देश्य की हुंदा है? सिलेबस नूं डिज़ाइन करन लई। ठीक है, सिलेबस नूं डिज़ाइन करते हैं, भारत दीआं सारियां विद्यक संस्थावां नूं सिफारिशां अते विचार प्रदान करना, अपनी रिकमेंडेशन देना। ठीक है, अते विचार देना, यह कैब दा काम हुंदा है। दूजा, भारत विच सिक्ख्या दी गुणवत्ता नूं वधाउण लई केंद्र अते राज सरकारां नूं अपने विचार ਅਤੇ विचार प्रगट ਕਰਨ ਲਈ एक प्लेटफॉर्म प्रदान करना। ठीक है, भारत ਦੇ ਵਿੱਚ अच्छी सिक्ख्या हो सके, सिक्ख्या ਦੀ ਗੁਣਵੱਤਾ ਨੂੰ ਆਪਾਂ ਵਧਾ ਸਕੀਏ। ठीक है, सिक्ख्या ਦੀ ਗੁਣਵੱਤਾ ਨੂੰ ਵਧਾਉਣਾ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ, ਕੇਂਦਰ ਸੈਂਟਰਲ ਤੇ ਸਟੇਟ ਗਵਰਨਮੈਂਟਸ ਨੂੰ ਆਪਣੇ ਵਿਚਾਰ ਦਿੰਦੇ ਨੇ ਤੇ ਉਹਨਾਂ ਦੇ ਵਿਚਾਰ ਵੀ ਲੈਂਦੇ ਨੇ, ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਂਦਾ ਹੈ, ਇੱਕ ਪਲੇਟਫਾਰਮ ਪ੍ਰਦਾਨ ਕਰਨਾ। ਠੀਕ ਹੈ, ਭਾਰਤ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੇ ਵਿਚਾਰ ਅਤੇ ਵਿਚਾਰ ਪ੍ਰਗਟ ਕਰਨ ਲਈ ਇੱਕ ਪਲੇਟਫਾਰਮ ਕੀ ਕਰਨਾ? ਪ੍ਰਦਾਨ ਕਰਨਾ। ਅਗਲਾ, ਸਿੱਖਿਆ ਨਾਲ ਸੰਬੰਧਿਤ ਕਿਸੇ ਵੀ ਸਵਾਲ ਜਾਂ ਮੁੱਦੇ ਨੂੰ ਹੱਲ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਮਾਰਗਦਰਸ਼ਨ ਕਰਨਾ। ਸਿੱਖਿਆ ਨਾਲ ਸੰਬੰਧਿਤ ਕੋਈ ਵੀ ਸਵਾਲ ਹੋਵੇ ਜਾਂ ਕੋਈ ਮੁੱਦਾ ਹੋਵੇ, ਮੁੱਦੇ ਨੂੰ ਹੱਲ ਕਰਨਾ ਹੋਵੇ, ਕੇਂਦਰ ਅਤੇ ਰਾਜ ਸਰਕਾਰ ਨੂੰ ਮਾਰਗਦਰਸ਼ਨ ਇਹ ਕਰਦੇ ਨੇ। ਠੀਕ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਸਿੱਖਿਆ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ, ਠੀਕ ਹੈ, ਸਿੱਖਿਆ ਨਾਲ ਜੋ ਸੰਬੰਧਿਤ ਹੈ ਵੱਖ-ਵੱਖ ਵਿਸ਼ਿਆਂ ਅਤੇ ਮੁੱਦਿਆਂ ਦੀ ਸਿਫਾਰਿਸ਼ ਕਰਨ ਲਈ ਵੱਖ-ਵੱਖ ਕਮੇਟੀਆਂ ਦੀ ਨਿਯੁਕਤੀ ਕਰਨਾ। ਸਿੱਖਿਆ ਨਾਲ ਸੰਬੰਧਿਤ ਵੱਖ-ਵੱਖ ਡਿਫਰੈਂਟ ਆਪਣੇ ਜੋ ਵੀ ਵਿਸ਼ੇ ਹੁੰਦੇ ਨੇ, ਸਬਜੈਕਟਸ ਹੁੰਦੇ ਨੇ ਅਤੇ ਮੁੱਦਿਆਂ ਦੀ ਸਿਫਾਰਿਸ਼ ਕਰਨ ਲਈ
ਵੱਖ-ਵੱਖ ਕਮੇਟੀਆਂ ਦੀ ਕੀ ਕਰਦੇ ਹੈ, ਨਿਯੁਕਤੀ ਕਰਦੇ ਨੇ। ਠੀਕ ਹੈ ਜੀ। 5th, ਦੇਸ਼ ਵਿੱਚ ਸਿੱਖਿਆ ਬਾਰੇ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਲਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਅਤੇ ਵਿਭਾਗਾਂ ਸਮੇਤ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ ਸੁਝਾਵ, ਸਮੀਖਿਆ ਅਤੇ ਵੇਰਵੇ ਮੰਗਣੇ। ठीक है जी, समझ आ गया? क्लियर है जी? एक बार सारा रीड कर लो। कोई भी मुद्दा देखो, सिलेबस ਨੂੰ डिज़ाइन करते हैं सारे विद्यक संस्थावां लई, ठीक है, अपने विचार दिंदे हैं। फिर दूजे की है जी अपनी भारत विच सिੱਖਿਆ ਦੀ ਗੁਣਵੱਤਾ ਨੂੰ ਵਧਾਉਂਦੇ हैं। ਕੇਂਦਰ ਤੇ ਰਾਜ ਸਰਕਾਰਾਂ ਨੂੰ ਆਪਣੇ ਵਿਚਾਰ ਦਿੰਦੇ हैं ਤੇ ਉਹਨਾਂ ਦੇ ਵਿਚਾਰ ਸੁਣਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਨੇ। ਠੀਕ ਹੈ। ਫਿਰ ਸਿੱਖਿਆ ਨਾਲ ਕੋਈ ਵੀ ਸਵਾਲ ਹੁੰਦਾ ਜਾਂ ਮੁੱਦਾ ਹੁੰਦਾ ਉਹਨੂੰ ਹੱਲ ਕਰਦੇ ਨੇ, ਕੇਂਦਰ ਤੇ ਰਾਜ ਸਰਕਾਰ ਨੂੰ ਮਾਰਗਦਰਸ਼ਨ ਕਰਦੇ ਨੇ। ਫਿਰ ਸਿੱਖਿਆ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਵਿਸ਼ੇ ਹੁੰਦੇ ਜਾਂ ਮੁੱਦਿਆਂ ਦੀ ਸਿਫਾਰਿਸ਼ ਕਰਨ ਲਈ ਇਹ ਕਮੇਟੀਆਂ ਦੀ ਨਿਯੁਕਤੀ ਕਰਦੇ ਹੈ। ਫਿਰ ਦੇਸ਼ ਵਿੱਚ ਸਿੱਖਿਆ ਬਾਰੇ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਲਈ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਵਾਂ ਜਾਂ ਵਿਭਾਗਾਂ ਸਮੇਤ ਵਿਦਿਅਕ ਸੰਸਥਾਵਾਂ ਤੋਂ ਸੁਝਾਵ ਲੈਂਦੇ ਹੈ, ਵੇਰਵੇ ਮੰਗਦੇ ਨੇ। ਠੀਕ ਹੈ, ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਨੇ। क्लियर है? चलिए जी अगे आओ स्टूडेंट्स। कैब क्यों बनाई गई सी? ठीक है, हुण इहदी बनाउण दी की लोड़ पई सरकार नूं? ये कैब क्यों बनाई गई सी, यह इन्हां ने पुछया है। दसो जी कैब क्यों बनाई गई? कैब कलकत्ता यूनीवर्सिटी दी सिफारिश उत्ते, कैब कलकत्ता यूनीवर्सिटी दी सिफारिश उत्ते सेंट्रल एडवाइजरी बोर्ड ऑफ एजुकेशन का गठन किया गया सी। ठीक है, कैब क्यों बनाई गई सी? कलकत्ता यूनीवर्सिटी की सिफारिश उत्ते बनाई गई सी। कलकत्ता यूनीवर्सिटी की सिफारिश ने सेंट्रल एडवाइजरी बोर्ड ऑफ एजुकेशन का गठन किया गया सी। स्कूलों अते उच्च सिक्ख्या के प्रबंधन की देश की जिम्मेवारी कारण कलकत्ता यूनीवर्सिटी उत्ते बोझ पै गया सी। स्कूल ते जो अपनी उच्च सिक्ख्या के प्रबंधन की देश की जिम्मेवारी कारण कलकत्ता यूनीवर्सिटी उत्ते बोझ पै गया सी। नतीजे वजों विद्यक प्रणाली सुचारू ढंग नाल नहीं चल रही सी अते उन्हां नूं कई समस्यावां दा सामना करना पिया सी। ठीक है, हुण इन्हां ने पुछया जी कि कैब क्यों बनाई गई सी? कैब कलकत्ता यूनीवर्सिटी की सिफारिश उत्ते बनाई गई सी। क्यों बनाई गई? क्योंकि जिहड़ा कि स्कूलों का काम सी या उच्च सिक्ख्या के प्रबंध सी, ठीक है, वह देश की जिम्मेवारी कारण प्रबंधन की देश की जिम्मेवारी कारण कलकत्ता यूनीवर्सिटी उत्ते सारा बोझ पै गया सी। इहदा की नतीजा निकलिया सी कि जिहड़ी विद्यक प्रणाली है, अपना जो विद्यक जिमें कि पाठक्रम हो गया, ठीक है, टीचर सिखलाई होगी, विद्यक सिलेबस हो गया, सारा जिहड़ी ये प्रणाली सी विद्यक प्रणाली यह सुचारू ढंग नाल नहीं चल रही सी अते उन्हां नूं कई समस्यावां दा सामना भी करना पिया सी। इसी लई फिर कलकत्ता यूनीवर्सिटी ने की कीता जी, कलकत्ता यूनीवर्सिटी ने एक सेंट्रल एडवाइजरी बोर्ड ऑफ एजुकेशन नूं संगठन किया। ठीक है, उन्होंने सिफारिश की कि एक ऐसी एडवाइजरी बनाई जाए जो साडे कम आवे। ठीक है, जो साडे काम नूं थोड़ा सौखा करे। क्लीयर है स्टूडेंट्स? हुण देखो कैब दे कम की ने, कैब दे कम की ने, कैब दे कम। कैब समय समय उत्ते भारत विच सिक्ख्या दी प्रगति ਅਤੇ विकास की समीक्षा करता है। ठीक है, यह भारत विच लड़कियां दी सिक्ख्या ਅਤੇ पेंडू सिक्ख्या प्रणाली लई सिफारिशां दिंदा है। यह देश विच उच्च सैकंडरी सिक्ख्या ਦੇ विश्वीकरण लई भी काम करता है। हुण इन्हां ने कहा कि कैब ਦੇ की काम ने। ਆਪਾਂ वैसे पहला भी मैं फंक्शनस दसे सी, ਇਹ ਹੁਣ ਇੱਕ ਕੰਮ ਥੋੜਾ डिटेल ਦੇ ਵਿੱਚ मैं ਤੁਹਾਨੂੰ ਦੱਸ ਦਿੰਨੀ ਆ। ਤਾਂ एक बार रीड करो जी फटाफट, ये एक बार रीड करो, तीनों लाइन्स रीड कर लो फटाफट की लिखा हुआ है, फिर थोड़ा क्लीयरली समझ आ जाऊगा। देखो कैब जिहड़ा हुंदा जी वो समय समय उत्ते, ठीक है, भारत विच सिक्ख्या की प्रगति ਅਤੇ विकास की समीक्षा करता है।
मतलब ਉਹਨਾਂ ਦੀ ਐਵੈਲੂਏਸ਼ਨ ਕਰਦਾ ਹੈ कि सिक्ख्या सही ढंग नाल चल रही है, ਉਹਦੀ प्रगति सही हो रही है, ਉਹਦਾ विकास सही हो रहा है। ठीक है, ਇਹ ਭਾਰਤ ਵਿੱਚ ਫਿਰ ਇਹ ਭਾਰਤ ਵਿੱਚ ਕੀ ਕਰਦੇ ਜੀ, ਲੜਕੀਆਂ ਦੀ ਸਿੱਖਿਆ ਅਤੇ ਪੇਂਡੂ ਸਿੱਖਿਆ ਪ੍ਰਣਾਲੀ ਲਈ ਸਿਫਾਰਸ਼ਾਂ ਦਿੰਦੇ। ਠੀਕ ਹੈ, ਇਹ ਭਾਰਤ ਦੇ ਵਿੱਚ ਲੜਕੀਆਂ ਦੀ ਸਿੱਖਿਆ ਅਤੇ ਪੇਂਡੂ ਸਿੱਖਿਆ ਪ੍ਰਣਾਲੀ ਲਈ ਵੀ ਸਿਫਾਰਸ਼ਾਂ ਦਿੰਦਾ ਹੈ। ਇਹ ਦੇਸ਼ ਵਿੱਚ ਉੱਚ ਸੈਕੰਡਰੀ ਸਿੱਖਿਆ ਦੇ ਵਿਸ਼ਵੀਕਰਨ ਲਈ ਵੀ ਕੰਮ ਕਰਦਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਕੀ ਸੀ, ਸਮੇਂ ਉੱਤੇ ਭਾਰਤ ਵਿੱਚ ਸਿੱਖਿਆ ਦੀ ਪ੍ਰਗਤੀ ਅਤੇ ਵਿਕਾਸ ਦੀ ਸਮੀਖਿਆ ਕਰਦਾ ਹੈ। ਫਿਰ ਇਹ ਭਾਰਤ ਵਿੱਚ ਲੜਕੀਆਂ ਦੀ ਸਿੱਖਿਆ ਅਤੇ ਪੇਂਡੂ ਸਿੱਖਿਆ ਪ੍ਰਣਾਲੀ ਲਈ ਸਿਫਾਰਸ਼ਾਂ ਦਿੰਦਾ ਹੈ। ਫਿਰ ਇਹ ਦੇਸ਼ ਵਿੱਚ ਉੱਚ ਸੈਕੰਡਰੀ ਸਿੱਖਿਆ ਦਾ ਵਿਸ਼ਵੀਕਰਨ ਲਈ ਵੀ ਕੰਮ ਕਰਦਾ ਹੈ। ਦੂਸਰਾ, ਇਹ ਪਾਠਕ੍ਰਮ ਵਿੱਚ ਸੱਭਿਆਚਾਰਕ ਗਤੀਵਿਧੀਆਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੰਦਾ ਹੈ। ਸੱਭਿਆਚਾਰਿਕ ਗਤੀਵਿਧੀਆਂ ਕਲਚਰਲ ਐਕਟੀਵਿਟੀਜ਼ ਨੂੰ ਸ਼ਾਮਿਲ ਕਰਨ ਦੀ ਵੀ ਸਲਾਹ ਦਿੰਦਾ ਹੈ। ਠੀਕ ਹੈ, ਇਹ ਪਾਠਕ੍ਰਮ ਵਿੱਚ ਸੱਭਿਆਚਾਰਿਕ ਗਤੀਵਿਧੀਆਂ ਨੂੰ ਸ਼ਾਮਿਲ ਕਰਨ ਦੀ ਵੀ ਸਲਾਹ ਦਿੰਦਾ ਹੈ। ਤੀਜਾ ਕੀ ਹੈ, ਕੈਬ ਦੇਸ਼ ਵਿੱਚ ਉੱਚ ਹਾਇਰ ਅਤੇ ਤਕਨੀਕੀ ਸਿੱਖਿਆ ਦੇ ਵਿਕਾਸ ਲਈ ਵਿੱਤੀ ਸਲਾਹ ਦਿੰਦਾ ਹੈ। ਠੀਕ ਹੈ, ਕਿ ਇਹ ਦੇਸ਼ ਵਿੱਚ ਹਾਇਰ ਐਂਡ ਟੈਕਨੀਕਲ ਐਜੂਕੇਸ਼ਨ ਲਈ ਵੀ ਵਿੱਤੀ ਸਲਾਹ ਦਿੰਦਾ ਹੈ। ਠੀਕ ਹੈ, ਹਾਇਰ ਐਂਡ ਟੈਕਨੀਕਲ ਐਜੂਕੇਸ਼ਨ ਲਈ ਵੀ ਕੀ ਕਰਦਾ ਜੀ, ਸਲਾਹ ਦਿੰਦਾ ਹੈ। ਠੀਕ ਹੈ, ਸਮੇਂ ਤੇ ਭਾਰਤ ਵਿੱਚ ਸਿੱਖਿਆ ਦੀ ਪ੍ਰਗਤੀ ਮਤਲਬ ਸਾਰਾ ਉਹ ਇਵੈਲੂਏਟ ਕਰਦਾ ਹੈ। ਲੜਕੀਆਂ ਦੀ ਸਿੱਖਿਆ, ਪੇਂਡੂ ਸਿੱਖਿਆ ਲਈ ਸਿਫਾਰਸ਼ਾਂ ਦਿੰਦਾ ਹੈ। ਠੀਕ ਹੈ, ਉੱਚ ਸੈਕੰਡਰੀ ਸਿੱਖਿਆ ਦਾ ਵਿਸ਼ਵੀਕਰਨ ਕਰਦਾ ਹੈ। ਕਲਚਰਲ ਐਕਟੀਵਿਟੀਜ਼ ਨੂੰ ਐਡ ਔਨ ਕਰਨ ਦਾ ਕੰਮ ਕਰਦਾ ਹੈ ਪਾਠਕ੍ਰਮ ਦੇ ਵਿੱਚ। ਉਹ ਤੋਂ ਬਾਅਦ ਹਾਇਰ ਅਤੇ ਟੈਕਨੀਕਲ ਐਜੂਕੇਸ਼ਨ ਲਈ ਵੀ ਇਹ ਕੰਮ ਕਰਦਾ ਹੈ। ਕਲੀਅਰ ਹੈ ਸਟੂਡੈਂਟਸ, ਕਲੀਅਰ ਹੈ? ਐਨੀ ਡਾਊਟ? ਨੈਕਸਟ ਆ ਜਾਓ, ਇਹ ਕੈਬ ਦੇ ਹੀ ਕੰਮ ਹੈ ਜੀ। ਰੀਡ ਕਰੋ ਇੱਕ ਵਾਰ ਫਟਾਫਟ, ਰੀਡ ਕਰ ਲਓ ਸਟੂਡੈਂਟਸ। ਦੇਖੋ, ਜੀਕੇ ਦੀ ਕਲਾਸ ਤੁਹਾਡੀ ਚੱਲ ਰਹੀ ਹੈ, ਰਾਈਟ, 7 ਵਜੇ ਹੁੰਦੀ ਹੈ। ਉਹ ਤੋਂ ਬਾਅਦ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ ਕਲਾਸ ਤੁਹਾਡੀ ਚੱਲ ਰਹੀ ਹੈ। ਬਹੁਤ ਹੀ ਜਲਦੀ ਮਤਲਬ ਕੱਲ੍ਹ ਤੋਂ ਜਾਂ ਪਰਸੋਂ ਤੋਂ ਇੱਕ ਤੁਹਾਡੇ ਪ੍ਰੈਕਟਿਸ ਸੈੱਟ ਸ਼ੁਰੂ ਹੋ ਜਾਣਗੇ, ਜਿਹਦੇ ਵਿੱਚ ਕਿ ਕੰਬਾਈਨ ਕੁਐਸਚਨ ਹੋਣਗੇ। ਠੀਕ ਹੈ, ਜਿਹਦੇ ਵਿੱਚ ਸਾਰੇ ਸਬਜੈਕਟਸ ਦੇ ਕੰਬਾਈਨ ਕੁਐਸਚਨ ਹੋਣਗੇ। ਇੱਕ ਪ੍ਰੈਕਟਿਸ ਸੈੱਟ ਹੋਣਗੇ ਜੀ, ਰੋਜ਼ ਇੱਕ ਸੈੱਟ ਤੁਹਾਨੂੰ ਦਿਆ ਕਰਾਂਗੇ। ਠੀਕ ਹੈ, ਉਹਦੇ ਵਿਦ ਸੋਲਿਊਸ਼ਨਸ ਮੈਂ ਉਹਨਾਂ ਨੂੰ ਸੋਲਵ ਵੀ ਕਰਵਾਇਆ ਕਰੂੰਗੀ। ਤਾਂ ਕੱਲ੍ਹ ਤੋਂ ਇੱਕ ਨਵੀਂ ਕਲਾਸ ਹੋਰ ਸਟਾਰਟ ਹੋ ਜਾਏਗੀ। ਠੀਕ ਹੈ, ਤੁਹਾਨੂੰ ਟਾਈਮ ਸ਼ੇਅਰ ਕਰ ਦਿੱਤਾ ਜਾਊਗਾ। ਆਉਣ ਵਾਲੇ ਦਿਨਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਹੀ ਬਾਕੀ ਸਾਰੇ ਸਬਜੈਕਟਸ ਦੀ ਵੀ ਕਲਾਸ ਤੁਹਾਡੀ ਜਲਦੀ ਹੀ ਸਟਾਰਟ ਹੋ ਜਾਏਗੀ। ਠੀਕ ਹੈ, ਆਓ ਜੀ, 4th one, ਇਹ ਉਹਨਾਂ ਖੇਤਰਾਂ ਦੀ ਪਹਿਚਾਣ ਕਰਦਾ ਹੈ। ਇਹ ਕਿਹੜੇ ਖੇਤਰਾਂ ਦੀ ਪਹਿਚਾਣ ਕਰਦਾ ਹੈ? ਜਿੱਥੇ ਵਿਦਿਅਕ ਗੁਣਵੱਤਾ ਸਹੀ ਨਹੀਂ ਹੈ ਅਤੇ ਰਾਜ ਅਤੇ ਕੇਂਦਰ ਸਰਕਾਰ ਨੂੰ ਇਹਨਾਂ ਖੇਤਰਾਂ ਜਾਂ ਸੂਬਿਆਂ ਉੱਤੇ ਧਿਆਨ ਦੇਣ ਦਾ ਸੁਝਾਅ ਦਿੰਦਾ ਹੈ। ਇਹ ਕਿਹੜੇ ਖੇਤਰਾਂ ਨੂੰ ਲੱਭਦਾ ਹੈ? ਜਿੱਥੇ ਕਿ ਵਿੱਦਿਆ ਸਹੀ ਤਰੀਕੇ ਨਾਲ ਨਹੀਂ ਪ੍ਰੋਵਾਈਡ ਕੀਤੀ ਜਾ ਰਹੀ। ਠੀਕ ਹੈ, ਜਿੱਥੇ ਵਿਦਿਅਕ ਗੁਣਵੱਤਾ ਸਹੀ ਨਹੀਂ ਹੈ ਅਤੇ ਰਾਜ ਅਤੇ ਕੇਂਦਰ ਸਰਕਾਰ ਨੂੰ ਇਹਨਾਂ ਖੇਤਰਾਂ ਜਾਂ ਸੂਬਿਆਂ ਉੱਤੇ ਧਿਆਨ ਦੇਣ ਲਈ ਸੁਝਾਅ ਦਿੰਦਾ ਹੈ। ਉਸ ਤੋਂ ਬਾਅਦ CAB ਸਿੱਖਿਆ ਦਾ ਕੇਂਦਰੀ ਸਲਾਹਕਾਰ ਬੋਰਡ ਸਮੀਖਿਆ ਕਰਦਾ ਹੈ ਅਤੇ ਪੁਨਰਗਠਨ ਕਰਦਾ ਹੈ ਕਿ ਰਾਜ ਅਤੇ ਕੇਂਦਰ ਵਿਦਿਅਕ ਨੀਤੀਆਂ ਨੂੰ ਕਿਵੇਂ ਲਾਗੂ ਕਰਦੇ ਹਨ। ਇਹ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਏਜੰਸੀਆਂ ਨੂੰ ਮਾਰਗਦਰਸ਼ਨ ਵੀ ਕਰਦਾ ਹੈ ਅਤੇ ਜੇਕਰ ਲੋੜ ਹੋਵੇ ਤਾਂ ਸੁਝਾਅ ਜਾਂ ਸਿਫਾਰਸ਼ਾਂ ਪ੍ਰਦਾਨ ਕਰਦਾ ਹੈ। ਠੀਕ ਹੈ, ਸਿੱਖਿਆ ਦਾ ਜਿਹੜਾ ਕੇਂਦਰੀ ਸਲਾਹਕਾਰ ਬੋਰਡ ਹੈ ਉਹ ਸਭ ਤੋਂ ਪਹਿਲਾਂ ਕੀ ਕਰਦਾ? ਸਮੀਖਿਆ ਕਰਦਾ ਹੈ ਅਤੇ ਪੁਨਰਗਠਨ ਕਰਦਾ ਹੈ ਕਿ ਰਾਜ ਅਤੇ ਜਿਹੜੀਆਂ ਕੇਂਦਰ ਦੀ ਵਿਦਿਅਕ ਨੀਤੀਆਂ ਨੇ ਉਹਨਾਂ ਨੂੰ ਕਿਵੇਂ ਲਾਗੂ ਕੀਤਾ ਜਾਵੇ। ਇਹ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਦੇ ਵਿੱਚ ਏਜੰਸੀਆਂ ਨੂੰ ਮਾਰਗਦਰਸ਼ਨ ਵੀ ਕਰਦਾ ਹੈ ਅਤੇ ਜੇਕਰ ਲੋੜ ਪਵੇ, ਠੀਕ ਹੈ, ਜੇਕਰ ਲੋੜ ਹੋਵੇ ਤਾਂ ਸੁਝਾਅ ਜਾਂ ਸਿਫਾਰਸ਼ਾਂ ਵੀ ਪ੍ਰਦਾਨ ਕਰਦਾ ਹੈ। ਕਲੀਅਰ ਹੈ ਸਟੂਡੈਂਟਸ? ਕਲੀਅਰ ਹੈ? ਸਮਝ ਆ ਗਿਆ? ਨੈਕਸਟ, ਇਹ ਇਸ ਬਾਰੇ ਵਿਚਾਰ ਦਿੰਦਾ ਹੈ ਕਿ ਕਿਵੇਂ ਰਾਜ, ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਦਿਅਕ ਮਾਮਲਿਆਂ ਵਿੱਚ ਇੱਕ ਦੂਜੇ ਨਾਲ ਤਾਲਮੇਲ ਅਤੇ ਮਦਦ ਕਰ ਸਕਦੇ ਹਨ। ਇਹ ਇਸ ਬਾਰੇ ਵੀ ਵਿਚਾਰ ਦਿੰਦਾ ਹੈ ਕਿ ਕਿਵੇਂ ਸਟੇਟ ਅਤੇ ਸੈਂਟਰਲ ਇੱਕ ਦੂਜਿਆਂ ਨਾਲ ਮਿਲ ਕੇ
ਐਜੂਕੇਸ਼ਨ ਦਾ ਜੋ ਵੀ ਹੈਗਾ ਤਾਲਮੇਲ ਹੈ ਉਹਨੂੰ ਬਣਾ ਸਕਦੇ ਹਾਂ ਤੇ ਇੱਕ ਦੂਜੇ ਦੀ ਮਦਦ ਕਿਵੇਂ ਕਰ ਸਕਦੇ ਨੇ। ਠੀਕ ਹੈ। ਉਸ ਤੋਂ ਬਾਅਦ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਵੀ ਸਮੇਂ-ਸਮੇਂ ਉੱਤੇ ਉੱਚ ਸਿੱਖਿਆ ਵਿਭਾਗ ਦੁਆਰਾ ਦਿੱਤੇ ਗਏ ਸੁਝਾਵਾਂ ਅਤੇ ਇਸ ਦੇ ਢਾਂਚੇ ਵਿੱਚ ਸੋਧਾਂ ਬਾਰੇ ਮਤੇ ਪਾਸ ਕਰਦਾ ਹੈ। ਠੀਕ ਹੈ। ਫਿਰ ਇਹਨਾਂ ਨੇ ਕੀ ਕਿਹਾ ਕਿ ਜਿਹੜਾ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਹੈ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਕੈਬ ਦੀ, ਉਹ ਸਮੇਂ-ਸਮੇਂ 'ਤੇ ਕੀ ਕਰਦਾ ਹੈ, ਉੱਚ ਸਿੱਖਿਆ ਵਿਭਾਗ ਦੁਆਰਾ ਦਿੱਤੇ ਗਏ ਸੁਝਾਅ ਜਿਹੜੀ ਕਿ ਹਾਇਰ ਐਜੂਕੇਸ਼ਨ ਅਥਾਰਟੀ ਹੁੰਦੀ ਹੈ ਜਾਂ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਹੁੰਦਾ ਹੈ, ਉਹਨਾਂ ਦੁਆਰਾ ਜੋ ਵੀ ਸੁਝਾਅ ਦਿੱਤੇ ਗਏ ਹੈ ਇਸ ਦੇ ਢਾਂਚੇ ਵਿੱਚ ਜੋ ਵੀ ਸੋਧ ਕਰਨੀ ਹੈ ਜਾਂ ਮਤੇ ਪਾਸ ਕਰਨੇ ਹੈ ਉਹਦੇ ਵਿੱਚ ਵੀ ਇਹ ਹੈਲਪ ਕਰਦਾ ਹੈ ਜਾਂ ਆਪਾਂ ਨੂੰ ਦੱਸਦਾ ਹੈ। ਠੀਕ ਹੈ ਜੀ। ਤੁਹਾਨੂੰ ਹੁਣ ਸਟੂਡੈਂਟਸ ਕੈਬ ਬਾਰੇ ਸਮਝ ਆ ਗਿਆ ਹੋਊਗਾ ਆਈ ਹੋਪ। ਠੀਕ ਹੈ। ਇਹ ਕੀ ਹੈ ਜੀ, ਇੱਕ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਹੈ, ਕਦੋਂ ਬਣੀ ਉਹਦੇ ਬਾਰੇ ਗੱਲ ਹੋਇਆ, ਕੀ ਇਹਦਾ ਕੰਮ ਹੈ ਉਹਦੇ ਬਾਰੇ ਗੱਲ ਹੋਇਆ, ਇਸ ਦੀ ਰਚਨਾ ਕੀ ਹੈ, ਇਹਦੇ ਬੋਰਡ ਦੇ ਵਿੱਚ ਕੌਣ ਕੌਣ ਹੈ, HRD ਮਿਨਿਸਟਰ ਹੋ ਗਿਆ, ਸਟੇਟ ਫੋਰ ਯੂਨੀਅਨ ਮਿਨਿਸਟਰ ਆਫ HRD ਹੋ ਗਿਆ ਅਤੇ ਮਿਨਿਸਟਰ ਆਫ ਸਟੇਟ ਫੋਰ HRD ਹੋ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਨੂੰ ਇੱਕ ਮੈਂ ਕੰਮ ਦਿੱਤਾ ਕਿ HRD ਮਿਨਿਸਟਰ ਬਾਰੇ ਪੜ੍ਹ ਕੇ ਆਉਣਾ, ਉਹਨਾਂ ਦਾ ਨਾਮ ਤੁਸੀਂ ਲੈ ਕੇ ਆਉਣਾ ਲਿਖ ਕੇ। ਕੈਬ ਰੋਲ ਤੇ ਦੇ ਫੰਕਸ਼ਨ ਕੀ ਨੇ। ਠੀਕ ਹੈ। ਉਸ ਤੋਂ ਬਾਅਦ ਜੀ ਆਪਾਂ ਪੜ੍ਹਿਆ ਕਿ ਇਹਦੀ ਫੋਮ ਕੀ ਹੈ। ਠੀਕ ਹੈ। ਫੁੱਲ ਫੋਮ ਲਾ ਲਓ, ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ, ਕਦੋਂ ਇਹ ਬਣਿਆ, ਫਿਰ ਕਦੋਂ ਭੰਗ ਹੋਇਆ, ਕਦੋਂ ਦੁਬਾਰਾ ਸੁਰਜੀਤ ਹੋਇਆ। ਠੀਕ ਹੈ। ਉਹ ਤੋਂ ਬਾਅਦ ਜੀ ਆਪਾਂ ਨੇ ਇਹਨਾਂ ਦੇ ਮੁੱਖ ਉਦੇਸ਼ ਕੀ ਨੇ, ਆਪਾਂ ਨੇ 5 ਉਦੇਸ਼ ਉਹ ਪੜ੍ਹੇ। ਠੀਕ ਹੈ। ਉਸ ਤੋਂ ਬਾਅਦ ਆਪਾਂ ਨੇ ਇਹ ਕਿਉਂ ਬਣਾਈ ਗਈ ਸੀ, ਕਲਕੱਤਾ ਯੂਨੀਵਰਸਿਟੀ ਦੀ ਸਿਫਾਰਿਸ਼ ਕਰਕੇ ਬਣਾਈ ਗਈ ਸੀ ਕਿਉਂਕਿ ਉਹਨਾਂ 'ਤੇ ਜ਼ਿਆਦਾ ਬੋਝ ਪੈ ਗਿਆ ਸੀ ਅਤੇ ਕੋਈ ਵੀ ਕੰਮ ਸੁਚਾਰੂ ਢੰਗ ਨਾਲ ਨਹੀਂ ਹੋ ਰਿਹਾ ਸੀਗਾ। ਫਿਰ ਉਹਨਾਂ ਦੇ ਆਪਾਂ ਨੇ ਕੰਮ ਪੜ੍ਹੇ। ਠੀਕ ਹੈ। 7 ਇਹਨਾਂ ਦੇ ਕੀ ਮੇਨ ਕੰਮ ਨੇ। ਠੀਕ ਹੈ। ਉਹ ਆਪਾਂ ਨੇ ਪੜ੍ਹੇ। ਤਾਂ ਸਟੂਡੈਂਟਸ ਦੇਖੋ, ਮੈਂ ਬਹੁਤ ਹੀ ਮਿਹਨਤ ਕਰਕੇ ਤੁਹਾਡੇ ਲਈ ਲੈਕਚਰ ਲੈ ਕੇ ਆਉਂਦੀ ਹਾਂ। ਠੀਕ ਹੈ। ਅਗਰ ਤੁਹਾਨੂੰ ਲੈਕਚਰ ਅੱਛਾ ਲੱਗਦਾ ਹੈ ਤਾਂ ਉਸਨੂੰ ਲਾਈਕ ਵੀ ਕਰਿਆ ਕਰੋ। ਅਗਰ ਤੁਹਾਡੇ ਲਈ ਇਹ ਯੂਜ਼ਫੁਲ ਹੈ, ਠੀਕ ਹੈ, ਤਾਂ ਕਮੈਂਟ ਕਰਕੇ ਦੱਸਿਆ ਵੀ ਕਰੋ। ਅਗਰ ਤੁਹਾਨੂੰ ਕਿਸੇ ਹੋਰ ਤਰੀਕੇ ਨਾਲ ਪੜ੍ਹਨਾ ਹੈ ਜਾਂ ਕੁਝ ਹੋਰ ਤੁਹਾਨੂੰ ਚਾਹੀਦਾ ਹੈ ਤਾਂ ਪਲੀਜ਼ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ। ਠੀਕ ਹੈ ਸਟੂਡੈਂਟਸ, ਮਿਲਦੇ ਹਾਂ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ। ਇਸ ਨੂੰ ਹੀ ਮੈਂ ਕੰਟੀਨਿਊ ਕਰੂੰਗੀ। ਠੀਕ ਹੈ। ਅੱਜ ਮੈਂ ਲੈਕਚਰ ਨੂੰ ਇੱਥੇ ਹੀ ਖ਼ਤਮ ਕਰ ਰਹੀ ਹਾਂ। ਬਹੁਤ ਹੀ ਧਿਆਨ ਨਾਲ ਪੜ੍ਹਨਾ ਅਤੇ ਕੁਛ ਨਾ ਸਮਝ ਆਏ ਤਾਂ ਨੈਕਸਟ ਕਲਾਸ ਦੇ ਵਿੱਚ ਕਮੈਂਟ ਕਰਕੇ ਮੈਥੋਂ ਪੁੱਛ ਲੈਣਾ। ਠੀਕ ਹੈ ਸਟੂਡੈਂਟਸ, ਓਕੇ।